झोटे भी माशाल्लाह सोहने सन, दोंदे चौगे सन, चंगे दुंबे तरह से। लेकिन 2-2.5 लाख तो 3 तो नहीं वधे। बच्चा 4-4 लाख ਦਾ ਵਿਕਦਾ ਹੈ। ਉਹ ਦਾ ਪੁੱਤਰ ਹੀ ਉਹ ਚਿੱਟੇ ਰੰਗ। ਉਹ ਬੈਠਾ ਜੀ, ਉਹਦਾ ਪੁੱਤਰ ਹੈਗਾ ਜੀ ਉਹ ਹਾਂਜੀ ਸਫੈਦ। ਉਹ ਇੱਥੇ ਹੁਣ ਪੱਠਿਆਂ ਨੂੰ ਗਿਆ ਲਿਆ ਗਿਆ ਤੇ ਫਿਰ ਤੁਸੀਂ ਵੇਖੋ ਮਾਸ਼ਾਅੱਲਾ ਬੜਾ ਸੋਹਣਾ ਬੱਚਾ ਹੈ ਜੀ। ਅੱਛਾ, ਚੰਗਾ ਕੱਦ ਕਰਦੇ ਨੇ ਉਠਾਂ ਤਰ੍ਹਾਂ ਚੰਗੇ ਸੰਭਾਲੀਏ ਤਾਂ ਜੀ ਗਾਂ ਦਾ ਮਹਿੰਗਾ ਵਿਕਦਾ ਕਿਉਂਕਿ ਉਹ ਫਿਰ ਬਾਅਦ ਲੋਕ ਕਿਹੜੇ ਬੱਚਾ ਵਗੈਰਾ ਹੋਵੇ ਉਹਨੂੰ ਸੰਭਾਲਦੇ ਨੇ ਜਲਦੀ ਤਿਆਰ ਕਰਦੇ ਨੇ, ਆਂਦੇ ਨੇ ਇਹਨਾਂ ਨੂੰ ਰੇੜੀ ਤੇ ਜੋੜ ਲਾਵਾਂਗੇ, ਪੱਠੇ ਲਿਆਉਂਦੇ ਨੇ, ਫਿਰ ਉਹ ਕੁਰਬਾਨੀ ਤੱਕ ਫਿਰਦੇ ਰਹਿੰਦੇ ਨੇ। ਵਾਲੇਕੁਮ ਸਲਾਮ। ਉਹ ਜਲਦੀ ਕੁਰਬਾਨੀ ਤੇ ਫਿਰ ਉਹ ਤਿਆਰ ਵੀ ਹੋ ਜਾਂਦਾ, ਪੱਠੇ ਵੀ ਢੋਂਦੇ ਨੇ ਤੇ ਉਹ ਬੜਾ ਕੁਰਬਾਨੀ ਤੇ ਮਹਿੰਗਾ ਵਿਕਦਾ, ਕੱਟੇ ਨਾਲੋਂ ਵੀ ਜ਼ਿਆਦਾ ਬੱਚਾ ਮਹਿੰਗਾ ਵਿਕਦਾ। ਕੱਟੇ ਨਾਲੋਂ ਕੁਰਬਾਨੀ ਤੇ ਵੱਛਾ ਜ਼ਿਆਦਾ ਮਹਿੰਗਾ ਵਿਕਦਾ। ਹਾਂਜੀ ਮਹਿੰਗਾ ਵਿਕਦਾ। ਅੱਛਾ, ਇਹ ਤਜਰਬਾ ਕੀਤਾ ਸੀ, 2 ਝੋਟੇ ਵੇਚੇ ਸਨ ਅਸੀਂ, ਬੱਚਾ ਵੇਚੇ, ਉਹ ਝੋਟੇ ਵੀ ਮਾਸ਼ਾਅੱਲਾ ਤਕੜੇ ਸਨ, ਬੱਚਾ ਵੱਧ ਗਿਆ, ਉਹ ਜ਼ਿਆਦਾ ਪੈਸਿਆਂ ਦਾ ਗਿਆ। ਮੱਝਾਂ 'ਚ ਕੋਈ ਫਾਇਦਾ ਵੀ ਹੁੰਦਾ ਕਿ ਨਹੀਂ? ਮਾਸ਼ਾਅੱਲਾ ਜੀ ਸਹੀ ਸਿਹਤਮੰਦ ਦੁੱਧ ਵਾਲੇ ਜਾਨਵਰ ਹੋਣ ਤਾਂ ਬੜਾ ਫਾਇਦਾ ਹੈ। ਝੋਟੀ ਕਿਹੜੀ 2 ਸਾਲਾਂ 'ਚ ਤਿਆਰ ਹੋ ਜਾਂਦੀ, 2.5 ਸਾਲ ਦੇ ਵਿੱਚ ਮੱਝ ਬਣ ਜਾਂਦੀ, ਖੁਰਾਕ ਦਿੱਤੀ ਜਾਵੇ ਠੀਕ, ਉਹਨੂੰ ਬਰਾਬਰ ਦੁੱਧ ਖਲ ਵਗੈਰਾ ਖਵਾਈ ਜਾਵੇ, ਮਾਸ਼ਾਅੱਲਾ ਜਲਦੀ ਤਿਆਰ ਹੋ ਜਾਂਦੀ। 5 ਲੱਖ ਦੀ 7 ਲੱਖ ਦੀ ਮੱਝ ਬਣ ਜਾਂਦੀ। अस्सलाम वालेकुम जी दोस्तों, की हाल चाल है जी? ठीक ठाक हो, फिट हो जी? दोस्तों सियाणे कहते ने भी घोड़े नूं ते मੱਝ ਨੂੰ ਰਜਾਣਾ बड़ा औखा यार। ਸਾਡੇ ਇੱਕ ਦੋਸਤ ਨੇ ਬਾਈ ਸਈ ਸਾਹਿਬ, ਇਹਨਾਂ ਨੇ ਨਾ 40-45 ਮੱਝਾਂ ਰੱਖੀਆਂ ਹੋਈਆਂ ਨੇ। ਇਹਨਾਂ ਨੂੰ ਪੁੱਛਣੇ ਆ ਵੀ ਮੱਝਾਂ ਨੂੰ ਰਜਾਣਾ ਕਿੱਦਾਂ ਔਖਾ ਹੈ ਜੀ। अस्सलाम वालेकुम। वालेकुम ਕੀ ਹਾਲ ਚਾਲ ਹੈ सलाम। ਬਾਈ? ठीक ठाक ठीक ठाक जी, हो शुक्र है अल्लाह दा। भाई सईद सेहत तबीयत ठीक है? हाँ जी शुक्र है, तकड़े हो? ठीक ठाक जी। भाई सईद पहले तो ना करंट लोकेशन दसो, आप कितने बैठे हैं? आप बैठे हैं जी मदरसा काजी करीब ही काजी वाला पिंड है, उत्थे बैठे हैं, नज़दीक थाना मदरसा। अच्छा, हाँ जी ਚੱਕ ਮਦਰਸਾ ਹੈ, हाँ जी ਕਾਜ਼ੀ ਵਾਲਾ ਪਿੰਡ ਹੈ हाँ जी ਤੇ ਥਾਣਾ ਮਦਰਸੇ ਦੇ ਬਿਲਕੁਲ ਨਾਲ ਬੈਠੇ। बिल्कुल नाल। ਅੱਛਾ ਚਲੋ ਮਾਸ਼ਾਅੱਲਾ। ਅੱਛਾ ਬਾਈ, ਕੀ ਜਾਨਵਰ ਰੱਖੇ ਹੋਏ ਨੇ? ਅਸੀਂ ਜੀ 15 ਗਾਵਾਂ ਰੱਖੀਆਂ ਹੋਈਆਂ ਨੇ, 25-30 ਮੱਝਾਂ ਰੱਖੀਆਂ। 25-30 ਮੱਝਾਂ ਰੱਖੀਆਂ ਹੋਈਆਂ ਨੇ। हाँ जी ਅੱਛਾ ਬਾਈ ਸਈਦ ਕਹਿੰਦੇ ਨੇ ਵੀ ਮੱਝਾਂ ਨੂੰ ਤਾਂ ਰਜਾਣਾ ਔਖਾ ਬੜਾ ਹੈ। हाँ जी मुश्किल है, गावां नूं रजाना बहुत सौखा है, मझ नूं पालना बहुत औखा है। ਅੱਛਾ, हाँ जी ਇਹ ਮੱਝ ਨੂੰ ਰਜਾਣਾ ਕਿਉਂ ਔਖਾ ਹੈ ਬਾਈ? हाँ जी ये ज़्यादा खिदमत लेंदी ना, इनका बड़ा वंडा भी खाल भी वगैरह ना ज़्यादा खांदी है। गां किहड़ी वो बहुत थोड़े चारे ते गुजारा कर जांदी, ये बहुत रजावनी औखी हैगी। ये चंगा इन्हें खाना है, माड़ा नहीं खाना है। ਅੱਛਾ, ਚੰਗਾ हाँ जी, ਖਾਣਾ ਇਹਨੇ। हाँ जी चंगा। वो दूसरे जानवर ने किहड़े वो फिर गां हो गई विद्दू कि बच्चे कट्टे वो थोड़े चारे ते भी, इन्हें चंगा वंडा लेना है, अच्छे पट्ठियां दी अच्छी खुराक देवो मैनूं। ਅੱਛਾ, हाँ जी ਇਹ ਜਿਹੜੇ ਗਾਵਾਂ ਨੇ ਬਾਹਰ ਚਾਰ ਤੇ ਗੁਜ਼ਾਰਾ ਕਰ ਲੈਂਦੀਆਂ हाँ जी ये तो बाहरों ही चार लैंदियां। मझ है ना किहड़ी, ये बहुत नखरे वाला जानवर है, ये बहुत पालना औखा है। ये माड़े जे पट्ठियां दे विच फल होवेगा मारनगे बू थल्ले सारे डोलणगे, ਅੱਛਾ ਖਾਂਦੀਆਂ ਨਹੀਂ? खांदियां नहीं। अहीं खुरली चक ते सट्टिया अहीं आसन खाल लियाओ सानू कि अच्छी खुराक पाओ। ਅੱਛਾ, हाँ जी ਇਹਨਾਂ ਨੂੰ ਅੱਜ ਕੱਲ ਸਰਦੀਆਂ ਦੇ ਦਿਨਾਂ 'ਚ ਕੀ ਖੁਰਾਕ ਅੱਛੀ ਹੁੰਦੀ ਹੈ? अच्छी इन्हां नूं हुण वंडा ਚੱਲਿਆ ਉਹ ਪਾਉਣਾ ਚਾਹੀਦਾ, ਖਾਲ ਵਗੈਰਾ ਆ ਨਰਮੇ ਦੇ ਕਿਹੜੇ ਪੇਵੇ ਹੁੰਦੇ ਨੇ, ਇਹ ਜ਼ਿਆਦਾ ਬਿਹਤਰ ਹੁੰਦਾ ਕਿਉਂਕਿ ਸਰਦੀ ਤੋਂ ਬਚਾਉਣ ਵਾਸਤੇ ਇਹਨਾਂ ਨੂੰ ਇਹ ਜ਼ਿਆਦਾ ਬਿਹਤਰ ਹੈ। ਵਿੱਚ ਖਾਲ ਬਾਕੀ ਗੁੜ ਵਗੈਰਾ ਵੀ ਅੱਜ ਕੱਲ ਸਰਦੀ ਦੇ ਮੌਸਮ 'ਚ ਪਾਉਣਾ ਚਾਹੀਦਾ। ਅੱਛਾ ਜੀ, ਹਾਂਜੀ ਇਹ ਜਿਹੜੇ ਪੇਵੇ ਹੁੰਦੇ ਨੇ, ਪੇਵੇ ਨਾਲ ਕੋਈ ਦੁੱਧ ਦਾ ਵੀ ਫਰਕ ਪੈਂਦਾ ਕਿ ਨਹੀਂ? ਹਾਂਜੀ ਪੇਵੇ ਨਾਲ ਬਹੁਤ ਅੱਛਾ ਫਰਕ ਪੈਂਦਾ, ਦੁੱਧ ਤੋਂ 5 ਕਿਲੋ ਤੋਂ ਕਿਲੋ 2 ਕਿਲੋ ਦਾ ਫਰਕ ਪਾ ਜਾਣਗੇ। ਇਹ ਅੱਛੀ ਖੁਰਾਕ ਹੈ ਨਾ ਪੇਵੇ। ਪਹਿਲੇ ਲੋਕ ਖਾਲ ਤੇ ਪੇਵੇ ਹੀ ਇਸਤੇਮਾਲ ਕਰਦੇ, ਅੱਛਾ, ਹੁਣ ਵੰਡੇ ਵਗੈਰਾ ਤਾਂ ਹੁਣੀ ਚੱਲੇ ਨੇ। ਇਹ ਪਹਿਲੇ ਜਦੋਂ ਖਲ ਤੇ ਪੇਵਾ ਪਾਉਂਦੇ ਸੀ, ਹਾਂਜੀ ਉਹ ਬੜੇ ਦੁੱਧ ਕਹਿੰਦੇ ਨੇ ਸੰਘਣਾ ਵੀ ਬੜਾ ਹੁੰਦਾ। ਹਾਂਜੀ ਬੜਾ ਸੰਘਣਾ ਹੁੰਦਾ ਸੀ, ਅੱਬਾ ਜੀ ਵੀ ਆਂਦੇ ਸਨ ਬਹੁਤ ਦੁੱਧ ਬਹੁਤ ਗਾੜਾ ਹੁੰਦਾ। ਹੁਣ ਦੁੱਧ ਕੀ ਜੀ ਖੁਰਾਕ ਉਹ ਜਿਹਾ ਹੀ ਦੁੱਧ ਹੋਣਾ ਪਤਲਾ, ਫਿਰ ਕੀ ਜਿਹਾ ਜਾਨਵਰ ਨੂੰ ਖੁਰਾਕ ਦੇਵਾਂਗੇ ਉਹ ਜਿਹਾ ਹੀ ਦੁੱਧ ਦੇਣਾ ਉਹਨੇ। ਇਹ ਬਾਈ ਸਹੀ ਦੇ ਸ਼ੁਰੂ ਤੋਂ ਮੱਝਾਂ ਰੱਖੀਆਂ ਹੋਈਆਂ ਨੇ ਜਾਂ ਹੁਣ ਤੁਸੀਂ ਬਣਾਈਆਂ? ਨਹੀਂ ਜੀ ਸ਼ੁਰੂ ਤੋਂ ਹੀ ਰੱਖੀ। ਤੇ ਉਹ ਦਾਦੇ ਦੀਆਂ ਜੀ? ਹਾਂਜੀ ਬਿਲਕੁਲ। ਅੱਛਾ ਹਾਂਜੀ ਅੱਛਾ, ਤੁਸੀਂ ਸਾਰੀ ਦੇਖਭਾਲ ਕਰਦੇ ਜੇ? ਹਾਂਜੀ ਮੈਂ ਹੀ ਕਰਦਾ। ਤੇ ਇਹਨੇ ਜਾਨਵਰ ਰੱਖੇ ਹੋਣੇ, ਨਾਲ ਕੋ ਮੁਲਾਜ਼ਮ ਵੀ ਹੈ ਕੋਈ ਨਹੀਂ? ਹਾਂਜੀ ਮੁਲਾਜ਼ਮ ਰੱਖਿਆ ਹੋਇਆ ਜੀ, ਪੱਠੇ ਉਹ ਲਿਆਂਦਾ, ਮੈਂ ਤਾਂ ਬਸ ਇਹਨਾਂ ਨੂੰ ਪਾਣੀ ਪਿਆਵਣਾ ਤੇ ਚੋਮਣਾ, ਚਾਰਾ ਪਵਾ ਦਿੱਤਾ, ਅੰਦਰ ਬਾਹਰ ਕਾ ਦੇ, ਬਾਹਰੋਂ ਚਾਰਾ ਸਾਰਾ ਉਹਨੇ ਹੀ ਲਿਆਉਣਾ ਜੀ। ਅੱਛਾ, ਕਮਾਂਦ ਵਗੈਰਾ ਪੱਠੇ ਲੂਸਣ ਹੋ ਗਿਆ ਜਾਂ ਬਰਸੇਮ ਦੇ, ਗਰਮੀ ਚ ਵਿੱਚ ਜਵਾਰ ਮੱਕੀ, ਇਹ ਜੋ ਅੱਛਾ ਬਾਕੀ ਖੁਰਾਕ ਦੇਣੀ। ਅੱਛਾ, ਤੇ ਇਹ ਫਿਰ ਜ਼ਮੀਨ ਆਪਣੀ ਹੈ ਜਿੱਥੋਂ ਵੰਡਾ ਆਉਂਦਾ ਹੈ, ਚਾਰਾ ਚੂਰਾ ਆਉਂਦਾ ਇਹਨਾਂ ਦਾ? ਸਾਰਾ ਜ਼ਮੀਨ ਆਪਣੀ ਹੈ ਜੀ, 25-26 ਕਿੱਲੇ ਆਪਦੀ ਹੈਗੀ, ਘਰ ਦੀ ਮਾਸ਼ਾਅੱਲਾ, ਠੇਕੇ ਤੇ ਵੀ ਲਈ ਰੱਖਨੇ ਹੈਗੇ।
5-7 ਕਿੱਲੇ ਹੁਣ ਸਰਦੀ ਦੇ ਪੱਠੇ ਨੇ, 12-14 ਕਿੱਲੇ ਗਰਮੀ ਚ ਖਾ ਜਾਣੀ ਜਵਾਰ ਵਗੈਰਾ। ਅੱਛਾ ਹੁਣ ਕਿੱਲਾ ਕਮਾਨ ਦਾ ਇਹਨਾਂ ਨੂੰ ਪਾ ਦਿੱਤਾ ਤੋਂ ਪਹਿਲੇ, ਹਲੇ ਕੋਈ ਹੋਰ ਵੀ ਅਦਵਾੜਾ ਖਾ ਜਸਨ ਵੀਗਾ। ਅੱਛਾ ਹਾਂਜੀ ਮਤਲਬ ਕਮਾਦ ਦਾ ਅੱਛੀ ਖੁਰਾਕ ਹੈ ਇਹਨਾਂ ਦੀ। ਹਾਂਜੀ ਖੁਰਾਕ ਕਮਾਨ ਨਾਲ ਅੱਜ ਕੱਲ ਮਾਲ ਜ਼ਿਆਦਾ ਰਹਿੰਦਾ ਨਾ, ਫਿਰ ਤੂੜੀ ਦਾ ਟਾਈਮ ਹੈ ਬਸ ਡੇਢ ਬਰਾਈ ਹੁੰਦੀ ਜ਼ਿਆਦਾ। ਅੱਛਾ ਇਹਦੇ ਨਾਲ ਇਹ ਤਾਕਤ ਵਾਲਾ ਹੁੰਦਾ ਕਮਾਨ ਦੇ, ਇਹਦੇ ਨਾਲ ਜਾਨਵਰ ਠੀਕ ਸੰਭਲ ਜਾਂਦਾ, ਅੱਛੀ ਖੁਰਾਕ ਹੈ ਕਮਾਨ ਦੇ ਨਾਲ। ਤੇ ਬਾਈ ਸਹੀ ਜਿਹੜਾ ਗਾਵਾ ਹੁੰਦਾ ਹੈ, ਹਾਂਜੀ ਗਾਵੇ ਨੂੰ ਕਮਾਦ ਜ਼ਿਆਦਾ ਖਵਾਈਏ ਤੇ ਉਹਨੂੰ ਵਾਧੀ ਹੋ ਜਾਂਦੀ। ਨਹੀਂ ਜ਼ਿਆਦਾ ਬਾਦੀ ਨਹੀਂ ਹੁੰਦੀ, ਨਮਕ ਵਗੈਰਾ ਅੱਗੇ ਡਲੇ ਸੱਟੇ ਰੱਖਣ ਤੋਂ ਬਸ ਉਹ ਆਪੇ ਹੀ ਚੱਟੀ ਰੱਖਦੀਆਂ ਨੇ, ਫਿਰ ਨਹੀਂ ਵਾਈ ਬਾਦੀ ਮਹਿਸੂਸ ਕਰਦੇ। ਨਮਕ ਦੇ ਡਲੇ ਅੱਗੇ ਸੜਨੇ ਲਾਜ਼ਮੀ ਨੇ ਇਹਨਾਂ ਇਹ ਨੂੰ। ਮੱਝਾਂ ਵੀ ਨਮਕ ਚਟਦੀਆਂ ਨੇ ਕੋਈ? ਹਾਂਜੀ ਮੱਝਾਂ ਚਟਦੀਆਂ ਨੇ, ਇਹਨਾਂ ਨੂੰ ਖੁਰਾਕ 'ਚ ਨਮਕ ਦੇਣਾ ਚਾਹੀਦਾ। ਮਸਲਨ ਖਾਲ 'ਚ ਪਾ ਦਿੱਤੀ, ਅੱਛਾ। ਗਾਵਾਂ ਚਟਦੀਆਂ ਨਮਕ। ਅੱਛਾ ਹਾਂਜੀ ਅੱਛਾ ਇਹਨੂੰ ਕੋਈ ਮਹੀਨੇ 2 ਮਹੀਨਾ ਬਾਅਦ ਮਤਲਬ ਇਹਨੂੰ ਕੋਈ ਨਮਕ ਵਗੈਰਾ ਵੀ ਦਿੰਦੇ ਨੇ ਜਾਂ ਕੋਈ ਹਾਂਜੀ ਮਸਾਲਾ ਦੇਣਾ ਚਾਹੀਦਾ ਇਹਨੂੰ ਬਿਲਕੁਲ। ਅੱਛਾ ਬਾਅਦ ਲੋਕ ਤਾਂ 8 ਦਿਨਾਂ ਤੋਂ, ਕੋਈ 15 ਤੋਂ ਵੀ ਦਿੰਦੇ ਨੇ, ਕੋਈ ਮਹੀਨੇ ਬਾਅਦ, ਬਸ ਆਪੋ ਆਪਦਾ ਰੂਟੀਨ ਦੇ ਮੁਤਾਬਕ ਉਵੇਂ। ਮਸਾਲਾ ਕਿਹੜਾ ਦੇਣਾ ਚਾਹੀਦਾ ਭਾਈ ਇਹਨੂੰ? ਮਸਾਲਾ ਹੁਣ ਤਾਂ ਆਮ ਆ ਕਿਹੜਾ ਵਿਕਦੇ ਫਿਰਦੇ ਇਹੀ ਦਿੰਦੇ ਆ ਤਾਂ ਬਸ। ਜ਼ਿਆਦਾ ਘਰੇ ਬਣਾਉਣਾ ਉਹ ਬਿਹਤਰ ਹੁੰਦਾ, ਲੇਕਿਨ ਬਾ ਉਹਦਾ ਜ਼ਿਆਦਾ ਵੈਲ ਹੈਗਾ, ਨਹੀਂ ਕਰ ਸਕਦੇ ਫਿਰ। ਨਹੀਂ ਬਾਈ ਸਹੀ ਜਿਹੜਾ ਬੰਦਾ ਘਰੇ ਮਸਾਲਾ ਬਣਾਉਂਦਾ ਹੈ ਉਹਦੇ ਵਿੱਚ ਕੀ ਕੀ ਪੈਂਦਾ? ਉਹਦੇ 'ਚ ਕਾਲਾ ਨਮਕ ਹੁੰਦਾ, ਮਿਰਚਾਂ ਪਾ ਲਈਆਂ, ਹੋਰ ਸੌਂਫ, ਹਾਂਜੀ ਲੂਣ ਵਗੈਰਾ ਸਹਿ ਕੁਝ ਉਹ ਵਿੱਚ, ਨਾਲ ਚਾਟੀ ਪਿਆਜ਼ ਵੀ ਭਾਂਡਾ ਪਾ ਲਿਆ, ਪਿਆਜ਼ ਵੀ, ਹਰ ਹਾਂ। ਚੀਜ਼ ਪੈ ਜਾਂਦੀ ਹੈ। ਤੇ ਲੇਕਿਨ ਉਹਨੂੰ ਫਿਰ ਰੂੜੀ ਦੇ ਵਿੱਚ ਰੱਖਣਾ ਪੈਂਦਾ, ਫਿਰ ਉਹ ਸਾਰੀ ਸ਼ਕਲ ਉਹ ਗਲਦੀ ਹੈ, ਫਿਰ ਉਹਨੂੰ ਕੱਢਦੇ ਨੇ ਬਾਹਰ, ਫਿਰ ਉਹ ਮੁੱਠ ਉਹ ਇਹਨੇ ਵੈਲ ਨਾਲ ਬਸ ਆਉਂਦੇ ਨੇ ਆ ਬਟੂਸਦਾ ਫਿਦੇ ਹੀ ਵੰਡੇ 'ਚ ਪਾ ਦਿੱਤਾ, ਉਹਦੇ ਨਾਲ ਵੀ ਵਾਈ ਬਾਦੀ ਖਤਮ ਹੋ ਜਾਂਦੀ ਹੈ। ਉਹਦੇ ਨਾਲ ਵਾਈਬਾਦੀ ਖਤਮ ਹੋ ਜਾਂਦੀ। ਹਾਂਜੀ ਹੁਣ ਉਹ ਦੁੱਧ 'ਚ ਸਮੈਲ ਨਹੀਂ ਆਉਂਦੀ ਹੁੰਦੀ। ਹਾਂ ਅਸਲ ਗੱਲ ਆ ਇਹ ਵੀ ਕਦੇ ਨਾ ਦੁੱਧ ਚ ਸਮੈਲ ਆਉਂਦੀ ਹੈ ਨਾ, ਹਾਂਜੀ। ਫਿਰ ਉਹ ਦੁੱਧ ਹੀ ਵੀ ਨਹੀਂ ਲੈਂਦਾ। ਹਾਂਜੀ ਉਹ ਦੁੱਧੀਆਂ ਦਾ ਸਮੈਲ ਕਿਉਂ ਹੁੰਦੀ, ਸਿਰਫ ਵਾਈ ਬਾਦੀ ਤੋਂ ਮੁੜ ਮਸਾਲਾ ਜਾਂ ਨਮਕ ਵਗੈਰਾ ਨਾ ਦੇਗੇ ਤੋਂ ਉਹਦੀ ਵਜ੍ਹਾ ਤੋਂ। ਅੱਛਾ ਹਾਂਜੀ ਤੇ ਬਾਈ ਸਹੀ ਦੇ ਮੱਝਾਂ ਦਾ ਦੁੱਧ ਕੀ ਰੇਟ ਵਿਕਦਾ? ਹੁਣ ਤਾਂ ਮਾਸ਼ਾਅੱਲਾ 150 ਨੂੰ ਕਿਲੋ ਇੱਥੇ ਲਈ ਜਾਂਦੇ ਨੇ। ਮੱਝ ਦਾ ਗਾਂ ਦਾ ਘੱਟ ਮਿਲ ਦੁਆਕੀ ਵਿਕਦਾ ਹੈ, ਲੇਕਿਨ ਹੁਣ ਆਪਣੇ ਇਸ ਇਲਾਕੇ ਜ਼ਿਆਦੀਆਂ ਗਾਵਾਂ ਹੋ ਗਈਆਂ, ਮੱਝ ਘੱਟ ਹੈ। ਮੱਝ ਦਾ ਦੁੱਧ ਹਮੇਸ਼ਾ ਹੀ ਗਾੜਾ ਹੁੰਦਾ, ਫਿਰ ਤੋਂ ਮਹਿੰਗਾ ਵਿਕਦਾ। ਮਹਿੰਗਾ ਵਿਕਦਾ ਹੈ। ਹਾਂਜੀ ਆਪਣੇ ਕੋਲ ਕਿੰਨੀਆਂ ਮੱਝਾਂ ਲਿਆ ਰਹੀਆਂ ਨੇ? ਲਿਆਰੀਆਂ ਹੈਗੀਆਂ ਨੇ 7 ਮੱਝਾਂ ਨੇ ਲਿਆਰੀਆਂ। 7 ਲਿਆ ਰਹੀਆਂ ਨੇ। ਹਾਂਜੀ ਇਹਦਾ ਕਿੰਨਾ ਕੁ ਮਾਸ਼ਾਅੱਲਾ ਦੁੱਧ ਹੋ ਜਾਂਦਾ? ਹੋ ਜਾਂਦਾ ਮਾਣ ਗੇੜ ਬਸ 35 ਕਿਲੋ ਮਾਣ। 35 ਕਿਲੋ ਮਾਣ ਹੋ ਜਾਂਦਾ। ਹਾਂਜੀ ਤੇ ਇਹ ਬਾਈ ਫਿਰ ਘਰਾਂ 'ਚ ਲੱਗਾ ਹੋਇਆ ਜਾਂ ਦੁੱਧ ਹੀ ਲੈ ਜਾਂਦਾ? ਦੋਧੀ ਵੀ ਲੈ ਜਾਂਦਾ, ਘਰਾਂ 'ਚ ਵੀ ਦੇਵੀਂਦਾ। ਫਿਰ ਬਾਅਦ ਲੋਕ ਮਜਬੂਰ ਕਰਦੇ ਨੇ ਨਾ, ਦੁੱਧ ਉਹ ਆਂਦੇ ਨੇ ਯਾਰ ਦੋਧੀ ਨੂੰ ਵੀ ਦੇਣਾ, ਤੁਸੀਂ ਸਾਨੂੰ ਦਿਓ। ਮੱਝਾਂ ਦਾ ਦੁੱਧ ਗਾੜਾ ਹੁੰਦਾ ਹੈ ਨਾ। ਹਾਂ ਬੜਾ ਸ਼ੌਕ ਨਾਲ ਪੀਂਦੇ। ਹਾਂਜੀ ਮੱਝਾਂ ਦਾ ਜ਼ਿਆਦਾ ਸ਼ੌਕ ਨਾਲ ਲੈਂਦੇ ਨੇ, ਕਿਉਂਕਿ ਕਿੱਥੇ ਕਿਲੋ ਗਾਂ ਦਾ ਪਾਉਣ, ਉੱਥੇ ਅੱਧਾ ਕਿਲੋ ਮੱਝ ਦਾ ਪਾਓ ਬਰਾਬਰ ਆ ਜਾਂਦਾ। ਐਵੇਂ ਹੀ ਗੱਲ ਹੈ। ਹਾਂਜੀ ਐਵੇਂ ਗਾੜਾ ਗੱਲ। ਦੁੱਧ ਹੁੰਦਾ ਮੱਝ ਦਾ। ਤੇ ਬਾਈ ਸਹੀ ਦੇ ਜਦੋਂ ਦੁੱਧ ਹੀ ਲੈਂਦਾ ਹੈ ਉਹ ਸਸਤਾ ਰੇਟ ਹੁੰਦਾ, ਜਿਹੜਾ ਘਰਾਂ 'ਚ ਵਿਕਦਾ ਉਹ ਹਾਂਜੀ ਮਹਿੰਗਾ ਹੁੰਦਾ? ਮਹਿੰਗਾ ਵਿਕਦਾ। ਹਾਂਜੀ ਦੋਧੀ ਫਿਰ ਸਸਤਾ, ਦੋਧੀ ਕੋਲ ਆਮ ਦੁੱਧ ਹੁੰਦਾ ਨਾ, ਫਿਰ ਅੱਛਾ ਉਹ ਮੁੜ ਸਸਤਾ ਲੈਂਦਾ, ਆਦੇ ਹਿਸਾਬ ਨਾਲ ਲੈਂਦਾ। ਘਰਾਂ ਵਾਲਿਆਂ ਨੂੰ ਮਜਬੂਰੀ ਹੁੰਦੀ, ਉਹਨਾਂ ਨੇ ਪੀਣਾ ਹੁੰਦਾ, ਉਹਨਾਂ ਨੇ ਫਿਰ ਆਉਂਦੇ ਨੇ ਯਾਰ ਮਹਿੰਗਾ ਜਾਂ ਸਸਤਾ ਲੈਣਾ ਤੇ ਸਾਨੂੰ ਦਿਓ ਤੁਸੀਂ। ਸਾਨੂੰ ਬਾਈ 200 ਰੁਪਏ ਮਿਲਦਾ ਬਾਬਲ ਨਗਰ 'ਚ ਦੁੱਧ। ਹਾਂਜੀ ਉੱਥੇ ਜ਼ਿਆਦਾ, ਸ਼ਹਿਰ 'ਚ ਜ਼ਿਆਦਾ ਮਹਿੰਗਾ ਨਾ, ਪਿੰਡ 'ਚ ਫਿਰ ਸਸਤਾ ਹੁੰਦਾ ਹੈ। ਅੱਛਾ ਹਾਂਜੀ ਖੁਰਾਕ ਵੀ ਬੜੀ ਤਕੜੀ ਹੁੰਦੀ ਹੈ, ਫਿਰ ਵੀ ਸਸਤਾ ਦੁੱਧ ਵਿਕਦਾ ਹੈ। ਹਾਂਜੀ ਖੁਰਾਕ ਤਾਂ ਕਿਵੇਂ ਹਿਸਾਬ ਕਰੀਏ, ਫਿਰ ਇਹ ਨਹੀਂ ਪੂਰਾ ਹੀ ਨਹੀਂ ਕੰਮ ਆਉਂਦਾ ਐਵੇਂ ਤਾਂ। ਅੱਛਾ ਹਾਂਜੀ ਖਰਚਾ ਇਹਨਾਂ ਦਾ ਬਹੁਤ ਹੈ ਮਾਸ਼ਾਅੱਲਾ ਮੱਝਾਂ ਦਾ। ਇਹਨਾਂ ਦੀ ਬਹੁਤ ਖਿਦਮਤ ਕਰਨੀ ਚਾਹੀਦੀ ਹੈ, ਸੰਭਾਲਣਾ ਬੜਾ ਔਖਾ ਹੈ। ਸਹੀਦ ਬਈ ਇਹਨਾਂ ਮੱਝਾਂ 'ਚ ਕੋਈ ਫਾਇਦਾ ਵੀ ਹੁੰਦਾ ਕਿ ਨਹੀਂ? ਮਾਸ਼ਾਅੱਲਾ ਜੇ ਸਹੀ ਸਿਹਤਮੰਦ ਦੁੱਧ ਵਾਲੇ ਜਾਨਵਰ ਹੋਣ ਤਾਂ ਬੜਾ ਫਾਇਦਾ ਹੈ। ਝੋਟੀ ਹੈ ਕਿਹੜੀ 2 ਸਾਲਾਂ 'ਚ ਤਿਆਰ ਹੋ ਜਾਂਦੀ, 2.5 ਸਾਲ ਦੇ ਵਿੱਚ ਮੱਝ ਬਣ ਜਾਂਦੀ। ਖੁਰਾਕ ਦਿੱਤੀ ਜਾਵੇ ਠੀਕ, ਉਹਨੂੰ ਬਰਾਬਰ ਦੁੱਧ ਖਲ ਵਗੈਰਾ ਖਵਾਈ ਜਾਵੇ, ਮਾਸ਼ਾਅੱਲਾ ਜਲਦੀ ਤਿਆਰ ਹੋ ਜਾਂਦੀ। 5 ਲੱਖ ਦੀ 7 ਲੱਖ ਦੀ ਮੱਝ ਬਣ ਜਾਂਦੀ ਹੈ। ਇਹ ਮੱਝ ਮਹਿੰਗੀ ਵਿਕਦੀ ਹੈ, ਗਾਂ ਸਸਤੀ ਵਿਕਦੀ ਹੈ? ਹਾਂਜੀ ਮੱਝ ਮਹਿੰਗੀ ਹੈ। ਇਹ ਜਿਹਦੇ ਮਤਲਬ ਅੱਛੀ ਮੱਝ ਹੋਵੇ ਆਪਣੇ ਕੋਲੋਂ, ਜਿਵੇਂ ਹਾਂਜੀ। ਮਤਲਬ ਉਹ ਮੱਝ ਖੜੀ ਹੈ, ਹਾਂਜੀ ਇਹ ਕਿੰਨੇ ਕੁ ਦਿਓ ਸੀ ਬਾਈ ਸਾਹਿਬ? ਇਹ ਚੰਗੀ ਹੋਵੇ, ਲਿਆਰੀ ਹੋਵੇ, ਕਦੋਂ ਤਿਆਰ ਹੋਵੇ 10 ਲੱਖ 8 ਲੱਖ 10 ਲੱਖ ਤੱਕ ਜਾਂਦੀ ਰਹੇ। 8-10 ਲੱਖ ਤੱਕ? ਹਾਂਜੀ ਚੰਗੀ ਮੱਝ ਕਿਹੜੀ ਵੀ ਸਹੀ ਦੁੱਧ ਵਾਲੀ ਹੈਗੀ ਹੈ, ਥਣ ਚੱਡਾ ਸੋਹਣਾ ਹੈ, ਵਕਿਆ ਚੰਗਾ ਹੈਗਾ, ਦੁੱਧ ਵਾਲੀ, ਉਹ ਮੱਝ ਮਹਿੰਗੀ ਜਾਂਦੀ ਹੈ। ਨਹੀਂ ਜਿਹੜੀ ਮੱਝ ਹੁੰਦੀ ਹੈ ਦੂਸਰੇ ਸੂਬੇ ਮੱਝ ਹੋਵੇ, ਅੱਛੀ ਮੱਝ ਹੋਵੇ, ਹਾਂਜੀ ਦੁੱਧ ਵੀ ਚੰਗਾ ਹੋਵੇ, 5-6 ਕਿਲੋ ਦੁੱਧ ਹੋਵੇ, ਕਿੰਨੇ ਦੀ ਹਾਂਜੀ। ਵਿਕਸੀ ਉਹ? 8 ਤੋਂ 10 ਲੱਖ ਤੱਕ ਜਾਂਦੀ ਰਹੇਗੀ। ਸਹੀ ਨਸਲੀ ਮੱਝ ਦਰਿਆ ਬਣੇ ਤਾਂ ਬਹੁਤ ਹੀ ਜ਼ਿਆਦਾ ਮਹਿੰਗੀਆਂ ਨੇ। ਆਪਣੇ ਇੱਥੇ ਕੋਈ ਹੁੰਦਾ ਇਲਾਕੇ ਦਾ ਫਰਕ ਹੁੰਦਾ। ਹਾਂਜੀ ਉਧਰ ਇਲਾਕੇ ਦੀਆਂ ਜ਼ਿਆਦਾ ਮੱਝਾਂ ਮਸ਼ਹੂਰ ਹੁੰਦੀਆਂ ਨੇ, ਆਪਣੇ ਆਪਾਂ ਉਤਾੜ 'ਚ ਆ ਜਾਂਦੇ, ਇਸ ਵਾਸਤੇ ਆਪਣੇ ਮੱਝਾਂ ਸਸਤੀਆਂ ਲੈਂਦੇ ਨੇ ਵਪਾਰੀ। ਅੱਛਾ ਲੇਕਿਨ ਇੱਕ ਮੱਝ ਨਸਲ ਵੇਚ ਦਾ ਕੇ ਬਹੁਤ 2-3 ਫਰਕ। ਗਾਵਾਂ ਆ ਜਾਂਦੀਆਂ ਨੇ? ਹਾਂਜੀ ਬਿਲਕੁਲ
ਹੁਣ ਤਾਂ ਗਾਂ ਵੀ 3 ਲੱਖ 3.5 ਲੱਖ ਨੂੰ ਆਪਣੀ ਖਰੀਆ ਦੇਸੀ ਗਾਂ ਆਮ ਹੀ ਹਾਂ ਤੇ ਦੂਸਰੀਆਂ ਕਰਾਸ ਵਗੈਰਾ ਤੋਂ ਤਾਂ ਬਹੁਤ ਹੀ ਮਹਿੰਗੀਆਂ ਨੇ। ਅੱਛਾ ਹਾਂਜੀ ਅੱਛਾ ਭਾਈ ਸਈਦ, ਜਿਹੜੇ ਮੱਝਾਂ ਦੇ ਕੱਟੇ ਹੁੰਦੇ ਨੇ ਉਹ ਹਾਂਜੀ। ਤੁਸੀਂ ਵੇਚਦੇ ਹੋ ਫਿਰ? ਹਾਂਜੀ ਕੱਟੇ ਵੇਚਦੇ ਹੈਗੇ, ਕਿਹੜਾ ਚੰਗੀ ਮਾਝ ਦਾ ਕੱਟਾ ਫਿਰ ਉਹ ਨਹੀਂ ਵੇਚਦੇ, ਉਹਨੂੰ ਆਨੇ ਵੀ ਅਗਾਂ ਸਾਨੀ ਵਾਸਤੇ ਇਹਨਾਂ ਦੀ ਨਸਲ ਅਗਾਂ ਜ਼ਿਆਦਾ ਵਧੇ। ਅੱਛਾ ਉਹ ਅੱਛੀ ਮਾਝ ਦਾ ਨਾ ਤੇ ਫਿਰ ਉਹ ਨੁਕਸਾਨ ਛੱਡ ਦਿੱਤਾ, ਫਿਰ ਉਹ ਅਗਾਂ ਮੱਝਾਂ ਆਸ ਹੁੰਦੀਆਂ ਰਹੀਆਂ, ਫਿਰ ਉਹ ਨਸਲ ਬਣਦੀ ਰਹਿੰਦੀ ਅਗਾਂ ਅਗਾਂ ਟੁਰੀ ਜਾਂਦੀ ਹੈ। ਅੱਛਾ ਹਾਂਜੀ ਤੇ ਬਾਈ ਸਈਦ ਸਾਨੂੰ ਦੱਸੋ, ਜਿਹੜੇ ਕੱਟੇ ਹੁੰਦੇ ਨੇ ਉਹ ਪਹਿਲੇ ਹੀ ਵੇਚ ਦਿੰਦੇ ਨੇ ਜਾਂ ਤਿਆਰ ਕਰਕੇ ਕੁਰਬਾਨੀ ਤੇ ਵੇਚੀਦੇ ਨੇ? ਉਹ ਬਸ ਬਾਜ਼ੂ ਕਾ ਕਿਹੜੇ ਚੰਗੇ ਹੋਣ ਫਿਰ ਉਹ ਸਾਂਭੀ ਰੱਖੀਂਦੇ ਨੇ, 2 ਸਾਲ ਬਾਅਦ 3 ਸਾਲ ਬਾਅਦ ਕਦੋਂ ਦੋਂਦਾ ਹੋ ਜਾਂਦਾ ਉਦੋਂ ਦਿੱਤਾ ਕੁਰਬਾਨੀ ਤੇ। ਹਾਂਜੀ ਜਿਹੜੇ ਆਮ ਜਿਹੇ ਹੋਣ ਬਸ ਉਹ ਫਿਰ ਜਲਦੀ ਵੇਚ ਦਿੱਤੇ ਵੀ ਆਹ ਸਹੀ ਨਹੀਂ ਬਣਨਾ, ਇਹਨੇ ਤਿਆਰ ਨਹੀਂ ਸਹੀ ਹੋਣਾ, ਅੱਛਾ ਉਹ ਫਿਰ ਜਲਦੀ ਵੇਚਦੇ ਵੀ ਨੇ ਛੋਟੇ। ਅੱਛਾ ਹਾਂਜੀ ਅੱਛਾ ਕਹਿੰਦੇ ਨੇ ਭਾਈ ਸਈਦ ਵੀ ਇਹ ਜਿਹੜੇ ਬੰਦਾ ਮੱਝ ਦਾ 1 ਸਾਲ ਦਾ ਹੋਵੇ ਫਲ ਹਾਂਜੀ ਤੇ ਗਾਂ ਦਾ ਹੋਵੇ 6 ਮਹੀਨਿਆਂ ਦਾ, ਉਹ ਹਾਂਜੀ। ਗਾਂ ਦਾ ਮਹਿੰਗਾ ਵਿਕਦਾ ਫਲ? ਹਾਂਜੀ ਗਾਂ ਦਾ ਮਹਿੰਗਾ ਵਿਕਦਾ, ਕਿਉਂਕਿ ਉਹ ਫਿਰ ਬਾਅਦ ਲੋਕ ਕਿਹੜੇ ਬੱਚਾ ਵਗੈਰਾ ਹੋਵੇ ਉਹਨੂੰ ਸੰਭਾਲਦੇ ਨੇ, ਜਲਦੀ ਤਿਆਰ ਕਰਦੇ ਨੇ, ਆਂਦੇ ਨੇ ਇਹਨਾਂ ਨੂੰ ਰੇੜੀ ਤੇ ਜੋੜ ਲਾਵਾਂਗੇ, ਪੱਠੇ ਲਿਆਉਂਦੇ ਨੇ, ਫਿਰ ਉਹ ਕੁਰਬਾਨੀ ਤੀਕਰ ਫਿਰਦੇ ਰਹਿੰਦੇ ਨੇ। ਵਾਲੇਕੁਮ ਸਲਾਮ। ਉਹ ਜਲਦੀ ਕੁਰਬਾਨੀ ਤੇ ਫਿਰ ਉਹ ਤਿਆਰ ਵੀ ਹੋ ਜਾਂਦਾ, ਪੱਠੇ ਵੀ ਢੋਂਦੇ ਨੇ ਤੇ ਉਹ ਬੜਾ ਕੁਰਬਾਨੀ ਤੇ ਮਹਿੰਗਾ ਵਿਕਦਾ, ਕੱਟੇ ਨਾਲੋਂ ਵੀ ਜ਼ਿਆਦਾ ਵੱਛਾ ਮਹਿੰਗਾ ਵਿਕਦਾ। ਕੱਟੇ ਨਾਲੋਂ ਕੁਰਬਾਨੀ ਤੇ ਵੱਛਾ ਜ਼ਿਆਦਾ ਮਹਿੰਗਾ ਵਿਕਦਾ? ਹਾਂਜੀ ਮਹਿੰਗਾ ਵਿਕਦਾ। ਅੱਛਾ ਇਹ ਤਜਰਬਾ ਕੀਤਾ, ਅਸੀਂ 2 ਝੋਟੇ ਵੇਚੇ ਸਨ, ਅਸੀਂ ਵੱਛਾ ਵੇਚੇ, ਉਹ ਝੋਟੇ ਵੀ ਮਾਸ਼ਾਅੱਲਾ ਤਕੜੇ ਸਨ, ਵੱਛਾ ਵੱਧ ਗਿਆ, ਉਹ ਅੱਛਾ ਜ਼ਿਆਦਾ ਪੈਸਿਆਂ ਦਾ ਗਿਆ। ਝੋਟੇ ਵੀ ਮਾਸ਼ਾਅੱਲਾ ਸੋਹਣੇ ਸਨ, ਦੋਂਦੇ ਚੌਗੇ ਸਨ, ਚੰਗੇ ਦੁੰਬੇ ਤਰ੍ਹਾਂ ਸਨ, ਲੇਕਿਨ 2-2.5 ਲੱਖ ਤੋਂ 3 ਤੋਂ ਨਹੀਂ ਵਧੇ, ਵੱਛਾ 4-4 ਲੱਖ ਦਾ ਵਿਕਦਾ ਹੈ। ਕੁਰਬਾਨੀ ਤੇ ਵੱਛਾ ਮਹਿੰਗਾ ਵਿਕਦਾ ਹੈ? ਹਾਂਜੀ ਬਿਲਕੁਲ, ਔਰ ਵੱਛਾ ਹੀ ਆਪਣੇ ਵਿਕਦਾ ਜ਼ਿਆਦਾ ਕੁਰਬਾਨੀ। ਐਵੇਂ ਹੀ ਗੱਲ ਹੈ, ਕੁਰਬਾਨੀ ਤੇ ਵੱਛਾ ਵਿਕਦਾ ਹੈ ਜ਼ਿਆਦਾ। ਹਾਂਜੀ ਕੁਰਬਾਨੀ ਤੇ ਲਾਹੌਰ ਵੱਛਾ ਤੇ ਬੱਕਰਾ ਜ਼ਿਆਦਾ। ਤੁਸੀਂ ਕੁਰਬਾਨੀ ਤੇ ਬਈ ਕਦੇ ਸ਼ੌਕ ਕੀਤਾ ਵੀ ਕੁਰਬਾਨੀ ਵਾਲੇ ਜਾਨਵਰ ਪਾਲੀਏ? ਹਾਂਜੀ ਬਿਲਕੁਲ ਸ਼ੌਕ ਹੈਗਾ। ਵੱਛਾ ਰੱਖਿਆ ਹੋਇਆ ਹੈਗਾ, ਉਹ ਅਸੀਂ ਪੱਠੇ ਲੈਣ ਗਏ ਹੈਗਾ, ਦੁਆਕੀ ਸਾਰੀ ਨਸਲ ਦੇ ਅਸੀਂ ਰੱਖਨੇ ਆ, ਬਹੁਤ ਮਾਸ਼ਾਅੱਲਾ ਬੜਾ ਕੱਦ ਕਰਦੇ ਨੇ, ਬਹੁਤ ਮੋਟੇ ਤੇ ਬੜੇ ਲੋਕ ਸ਼ੌਕ ਨਾਲ ਲਿਜਾਂਦੇ ਨੇ, ਸਫੈਦ ਰੰਗ ਦਾ ਹੁੰਦਾ, ਇਸਲਾਮਾਬਾਦ ਬਣੇ ਬੱਚੇ ਜਾਂਦੇ ਨੇ। ਅੱਛਾ ਹਾਂਜੀ ਇਹ ਕਿਹੜੀ ਨਸਲ ਹੈ? ਇਸਾਰੀ ਨਸਲ? ਸਾਰੀ ਨਸਲ ਦੀ ਅੱਛਾ ਸਫੈਦ ਰੰਗ ਚ ਇਸਲਾਮਾਬਾਦ ਜ਼ਿਆਦਾ ਇਹਨਾਂ ਨੂੰ ਲੋਕ ਸ਼ੌਕ ਨਾਲ ਲਿਜਾਂਦੇ ਨੇ, ਕਿਉਂਕਿ ਉਧਰ ਵਜ਼ੀਰ ਹੁੰਦੇ ਨੇ, ਉਹ ਫਿਰ ਮਹਿੰਗਾ ਜਾਨਵਰ ਆ ਸੋਹਣਾ ਵਡੇਰੇ ਕਰਦੇ ਨੇ। ਵਡੇਰੇ ਬੰਦੇ ਹੁੰਦੇ ਨੇ, ਮਹਿੰਗਾ ਹਾਂਜੀ, ਲੈ ਲੈਂਦੇ ਨੇ। ਬਿਲਕੁਲ। ਅੱਛਾ ਇਹ ਸਾਰੀ ਨਸਲ ਬਈ ਕਿਹੜੇ ਇਲਾਕੇ ਚ ਹੁੰਦੀ? ਇਹ ਇੱਧਰ ਲਿਆਉਂਦੇ ਨੇ ਜੀ, ਚਕਵਾਲ ਵਾਲੀ ਸਾਈਡ ਬਣੂ, ਅੱਛਾ ਤਲਾ ਗੰਗ ਇੱਧਰ ਦੀ ਆਉਂਦੇ ਨੇ, ਇੱਧਰੋਂ ਹੀ ਲਿਆਉਂਦੇ ਨੇ, ਮੰਡੀ ਤੋਂ ਆਪਾਂ ਤਾਂ ਲੈਂਦੇ ਨੇ, ਇੱਧਰ ਆਪਣੇ ਤੇ ਹੈ ਹੀ ਨਹੀਂ ਨਸਲ, ਉਧਰੋਂ ਹੀ ਲਿਆਉਂਦੇ ਨੇ ਲੋਕ। ਕਿਉਂਕਿ ਜਿੰਨੀਆਂ ਅਸੀਂ ਵੀਡੀਓ ਬਣਾਈਆਂ ਨਾ ਜੀ, ਹਾਂਜੀ। ਸਾਰੀ ਨਸਲ ਤੁਹਾਡੇ ਕੋਲ ਪਹਿਲੀ ਵਾਰੀ ਸੁਣਦਾ ਪਿਆ। ਹਾਂਜੀ ਉਹ ਹੁਣ ਬੱਚਾ ਇੱਥੇ ਘਰ ਨਹੀਂ ਹੈਗਾ, ਇੱਕ ਨੌਂ ਦੇ ਨਾਂ ਦਾ ਬੈਠਾ ਹੈਗਾ, ਉਹ ਉਹਦਾ ਪੁੱਤਰ ਹੀ ਆ, ਉਹ ਚਿੱਟੇ ਰੰਗ। ਉਹ ਬੈਠਾ ਜੀ, ਉਹਦਾ ਪੁੱਤਰ ਹੈਗਾ ਜੀ, ਉਹ ਹਾਂਜੀ ਸਫੈਦ। ਉਹ ਇੱਥੇ ਹੁਣ ਪੱਠਿਆਂ ਨੂੰ ਗਿਆ ਲਿਆਈਏ, ਤੇ ਫਿਰ ਤੁਸੀਂ ਵੇਖੋ ਮਾਸ਼ਾਅੱਲਾ ਬੜਾ ਸੋਹਣਾ ਬੱਚਾ ਹੈਗਾ ਜੀ, ਅੱਛਾ ਚੰਗਾ ਕੱਦ ਕਰਦੇ ਨੇ ਉਠਾਂ ਤਰ੍ਹਾਂ, ਚੰਗੇ ਹਾਂ। ਸੰਭਾਲੀਏ ਤਾਂ ਜੀ। ਅੱਛਾ ਅੱਛਾ ਬਾਈ ਸਹੀ ਦਾ ਉਹ ਸਫੈਦ ਰੰਗ ਦੀ ਟੈਂਕੀ ਰੱਖੀ ਹੋਈ ਹੈ, ਇਹ ਕਿਸ ਮਕਸਦ ਵਾਸਤੇ? ਇਹ ਜੀ ਤਲੇ ਦਾ ਪਾਣੀ ਕੌੜਾ ਹੈ ਨਾ ਸਾਡਾ, ਫਿਰ ਅੱਛਾ ਉਹ ਵਾਟਰ ਸਪਲਾਈ ਦਾ ਆਂਦਾ, ਤੇ ਫਿਰ ਇਹਦੇ ਚੋਂ ਪਾਣੀ ਜਮਾ ਕਰ ਲੈਣੇ, ਇਹ ਪਾਣੀ ਜਾਨਵਰਾਂ ਨੂੰ ਪਿਆਵੀਦਾ। ਫਿਰ ਥੱਲੇ ਹੌਦੀ ਵਗੈਰਾ ਕੋਈ ਨਹੀਂ ਬਣਾਈ ਹੋਈ? ਹੌਦੀ ਵੀ ਹੈਗੀ, ਲੇਕਿਨ ਮੁੜ ਜਾਨਵਰ ਜ਼ਿਆਦਾ ਨੇ ਨਾ, ਮੁੜ ਹੌਦੀ ਛੋਟੀ ਹੈਗੀ, ਪਾਣੀ ਬਾਜ ਜਾਵੇ ਤਾਂ ਇਸ ਟੈਂਕੀ ਡਾਲਨੇ ਆ, ਫਿਰ ਉਹ ਬਾਅਦ ਚ ਜਾਨਵਰਾਂ ਨੂੰ ਪਿਆ ਦੇਂਗੇ। ਫਿਰ ਅੱਛਾ ਕਦੇ ਸਟੋਰ ਨਹੀਂ ਕਰਨੇ ਆ? ਆਉਂਦਾ ਤੇ ਹਾਂਜੀ ਜਮਾ ਕਰ ਲੈਣੇ ਆ, ਫਿਰ ਕਦੇ ਨਹੀਂ ਵੀ ਆਉਂਦਾ, ਬਿਜਲੀ ਵਗੈਰਾ ਦਾ ਮਸਲਾ ਬਣੇ, ਹਾਂਜੀ ਹਾਂਜੀ ਫਿਰ ਇਹ ਪਾਣੀ ਜਾਨਵਰਾਂ ਨੂੰ ਪਿਆ ਲੈਣੇ, ਇਸ ਵਾਸਤੇ ਜਮਾ, ਕਿਉਂਕਿ ਤਲੇ ਦਾ ਪਾਣੀ ਕੌੜਾ ਹੈ ਆਪਣੇ। ਵਾਹਵਾ ਕੌੜਾ ਹੈ? ਹਾਂਜੀ ਜ਼ਹਿਰ ਰੰਗਾ, ਬਹੁਤ ਜ਼ਿਆਦਾ ਓਏ ਕੌੜਾ। ਜ਼ਹਿਰ ਰੰਗਾ ਪਾਣੀ? ਹਾਂਜੀ ਅੱਛਾ ਤੇ ਅੱਛਾ ਮੱਝਾਂ ਗਾਵਾਂ ਵਾਸਤੇ ਕੋਈ ਫਿਲਟਰ ਨਹੀਂ ਲਵਾਇਆ ਹੋਇਆ ਵੀ ਪਾਣੀ ਕੋ ਸਾਫ਼ ਹੋ ਜਾਵੇ? ਨਹੀਂ ਜੀ ਫਿਲਟਰ ਨਹੀਂ, ਬਸ ਵਾਟਰ ਸਪਲਾਈ ਦਾ ਹੀ ਹੈਗਾ, ਇਹ ਹੀ ਪਿਆਣੇ ਹੈਗੇ। ਹਾਂਜੀ ਫਿਲਟਰ ਵਗੈਰਾ ਤਾਂ ਬਸ ਘਰ ਹੁਣ ਲਵਾਇਆ ਹਿਸਾਬ ਨੇ, ਬਸ ਪੀਣ ਵਾਸਤੇ, ਮੱਝਾਂ ਵਾਸਤੇ ਤੇ ਵਾਟਰ ਸਪਲਾਈ ਦਾ ਆਉਂਦਾ ਹੈ, ਇਹ ਹੀ ਪਿਆ ਜਾਂਦਾ ਹੈ। ਅੱਛਾ ਅੱਛਾ ਬਾਈ ਸਹੀਦ, ਛੋਟੇ ਜਾਨਵਰ ਦਾ ਸ਼ੌਕ ਕਦੇ ਨਹੀਂ ਕੀਤਾ? ਭੇਡਾਂ ਹੋ ਗਈਆਂ ਜਾਂ ਬੱਕਰੀਆਂ ਹੋ ਗਈਆਂ? ਹਾਂਜੀ ਬੱਕਰੀਆਂ ਰੱਖੀਆਂ ਨੇ, ਭੇਡਾਂ ਪਹਿਲੇ ਹੈਗੀਆਂ ਸਨ, ਬਸ ਉਹ ਹੁਣ ਉਹਨਾਂ ਦੀ ਜੂੰ ਨਹੀਂ ਰਹਿ ਗਈ, ਚਰਾਵਣ ਦੀ ਜਗ੍ਹਾ ਨਹੀਂ ਹੈਗੀ। ਇਹ ਜੂੰ ਕਿਹਨੂੰ ਆਉਂਦੇ ਨੇ, ਜਿਹੜੇ ਚਰਾਈ ਦੀ ਨੇ? ਹਾਂਜੀ ਆ ਕਿੱਥੇ ਬਾਹਰ ਚਾਰ ਤੇ ਆਉਂਦੀਆਂ ਨੇ, ਹੁਣ ਅੱਗੇ ਲੋਕ ਦੁਆ ਕਿ ਥੋੜੀ ਵਾਹੀ ਕਰਦੇ ਸੀ ਨਾ, ਵੀ ਅੱਧੀ ਜ਼ਮੀਨ ਵਿਹਲੀ ਪਈ ਰਹਿੰਦੀ ਸੀ, ਅੱਧੀ ਚ ਵਾਹੀ ਹੁੰਦੀ ਸੀ, ਹੁਣ ਲੋਕਾਂ ਨੇ ਠੇਕੇ ਲੈ ਲੈਣੇ, ਉਹ ਜ਼ਿਆਦਾ ਫਿਰ ਸਾਰੀ ਬੀਜਦੇ ਨੇ, ਫਿਰ ਚਰਾਵਣ ਦੀ ਜਗ੍ਹਾ ਨਹੀਂ, ਫਿਰ ਉਹਨਾਂ ਨੂੰ ਸੰਭਾਲਣਾ ਬਹੁਤ ਔਖਾ ਹੈ। ਕਿੱਲੇ ਤੇ ਭੇਡਾਂ ਨਹੀਂ ਬਾਜਤੇ, ਜਿੰਨਾ ਚਿਰ ਭੇਡ ਹੋਗੀ ਬੱਕਰੀ ਹੋਗੀ ਬਾਹਰ ਟੋਰਾ ਫੇਰਾ ਨਾ ਕਰੇ ਨਾ, ਉਹਨਾਂ ਚਿਰ ਕਿੱਲੇ ਤੇ ਨਹੀਂ ਹੈ। ਅੱਛਾ ਬੱਕਰੀਆਂ ਰੱਖੀਆਂ ਹੋਈਆਂ ਨੇ ਹੁਣ? ਹਾਂਜੀ ਬੱਕਰੀਆਂ ਹੈਗੀਆਂ ਨੇ, 35-40 ਨਾਗ ਨੇ। ਅੱਛਾ 35-40 ਨਗ ਬੱਕਰੀਆਂ ਦੇ ਵੀ ਹੈਗੇ ਨੇ? ਹਾਂਜੀ ਅੱਛਾ
ਤੇ ਉਹ ਫਿਰ ਚਰਾਉਂਦੇ ਨੇ ਜਾਂ ਫਿਰ ਘਰੇ ਕਿੱਲੇ ਤੇ ਹੀ ਬਸ ਪਾਲ ਹੁਣ ਜਾਂਦੇ ਨੇ? ਘਰੇ ਹੀ ਉਹਨਾਂ ਨੂੰ ਕਿੱਲਿਆਂ ਤੇ ਹੀ ਪੱਠੇ ਪਾਈਂਦੇ ਨੇ, ਬਾਹਰ ਤੁਹਾਨੂੰ ਕਿਹਾ ਜਗ੍ਹਾ ਕੋਈ ਨਹੀਂ ਚਰਨ ਦੀ ਹੈਗੀ। ਬਸ ਹਾਂ, ਘਰੇ ਹੀ ਲਿਆ ਤੇ ਚਾਰਾ ਉਹਨਾਂ ਨੂੰ ਸਾਬਤ ਪਾ ਦਿੱਤੇ ਪੱਠੇ, ਜਾਂ ਕੁਤਰਾ ਕਰ ਤੇ ਕਮਾਨ ਦਾ ਕਿਹਾ, ਜਾਂ ਜਾਨਵਰਾਂ ਨੂੰ ਦੂਸਰਿਆਂ ਨੂੰ ਪਾਣੇ, ਉਹਨਾਂ ਨੂੰ ਖੁਰਲਿਆਂ ਚ ਉਹ ਹੀ ਪਾ ਦੇਂਗੇ। ਅੱਛਾ, ਕੋ ਬੱਕਰੇ ਵੀ ਹਨ ਕੁਰਬਾਨੀ ਵਾਸਤੇ? ਕੋਈ ਨਹੀਂ ਉਹਦੇ ਵਿੱਚ ਜੀ? ਬੱਕਰੇ ਹੈਗੇ ਨੇ, ਲੇਕਿਨ ਹਾਲੇ ਉਹ ਛੋਟੇ ਨੇ, ਉਹ ਅਗਲੀ ਕੁਰਬਾਨੀ ਤੱਕ ਤਿਆਰ ਹੋਣਗੇ। ਹਲੇ ਹੁਣ ਬੱਕਰੀਆਂ ਸੂਈਆਂ ਨੇ। ਅੱਛਾ, ਹਾਂਜੀ ਉਹ ਤੁਸੀਂ ਮਤਲਬ ਰੱਖੋਗੇ ਘਰ ਹੀ? ਹਾਂਜੀ ਰੱਖਾਂਗੇ, ਫਿਰ ਉਹ ਕੁਰਬਾਨੀ ਤਾਂ ਹੀ ਅਗਾ ਸਹੀ ਵੇਖ ਜਾਂਦੇ ਨੇ, ਪੈਸੇ ਦਿੰਦੇ ਨੇ ਨਾ ਫਿਰ। ਅੱਛਾ ਭਾਈ ਸਈਦ, ਤੁਸੀਂ ਮਾਸ਼ਾਅੱਲਾ ਬੱਕਰੀਆਂ ਵੀ ਰੱਖੀਆਂ ਨੇ, ਹਾਂਜੀ। ਗਾਵਾਂ ਵੀ ਰੱਖੀਆਂ ਨੇ, ਮੱਝਾਂ ਵੀ ਹੈਗੀਆਂ ਨੇ ਤੁਹਾਡੇ ਕੋਲ। ਹਾਂਜੀ ਅਗਰ ਪ੍ਰੋਫਿਟ ਦੀ ਗੱਲ ਕਰੀ ਇੱਕ ਸਾਲ ਦੇ ਅੰਦਰ ਕਿਹੜੇ ਜਾਨਵਰ ਦੀ ਰੇਸ਼ੋ ਜ਼ਿਆਦਾ ਉੱਪਰ ਜਾਂਦੀ? ਇਹ ਗਾਂ ਦੀ ਜ਼ਿਆਦਾ ਆਉਂਦੀ ਹੈ। ਅੱਛਾ, ਹਾਂਜੀ ਗਾਂ ਸਭ ਨਾਲੋਂ ਜ਼ਿਆਦਾ ਹੈ ਅੱਜ ਕੱਲ੍ਹ, ਹੈ ਨਾ, ਇਹ ਤਰੱਕੀ 'ਚ ਜਾ ਰਹੀ ਹੈ। ਇਹ ਬਿਹਤਰ ਹੈ ਗਾਂ। ਇਹ ਸਾਲ 'ਚ ਇਹਨੂੰ ਸੰਭਾਲਿਆ ਜਾਵੇ ਤੇ 2 ਦਫਾ ਇੱਕ ਵਾਰੀ ਸੂਈ ਹੋਈ ਹੈ ਤੇ ਉਦੋਂ ਜਲਦੀ ਆਸ ਹੋ ਜਾਂਦੀ ਨਾ, ਫਿਰ ਉਹ ਅੱਛਾ। ਜਲਦੀ ਮੱਝ ਵਗੈਰਾ ਕਿ ਜ਼ਿਆਦਾ ਦੇਰ ਨਾਲ ਸੂੰਦੀ ਹੈ। ਇਸ ਵਾਸਤੇ ਹੁਣ ਨਾ ਮੱਝਾਂ ਨੂੰ ਘਟਾਈ ਜਾਂਦੇ ਆ ਤੇ ਗਾਵਾਂ ਨੂੰ ਜ਼ਿਆਦਾ ਤਰੱਕੀ ਦਿੱਤੀ। ਅੱਛਾ, ਹਾਂਜੀ ਮੱਝ ਕਿੰਨੀ ਦੇਰ ਬਾਅਦ ਸੁਣਦੀ ਬਾਈ? ਮੱਝ ਸਾਲ ਤੋਂ ਵੀ ਉੱਤੇ ਲੈ ਜਾਂਦੀ ਹੈ ਜੀ। ਗਾਂ ਸਾਲ 'ਚ ਇੱਕ ਮਾਸ਼ਾਅੱਲਾ ਥੱਲੇ ਹੁੰਦਾ ਤੇ ਬਸ ਦੁੱਧੋਂ ਥੋੜਾ ਦਿਨ ਹੀ ਪੈਂਦੀ ਹੈ, ਫਿਰ ਦੁਬਾਰਾ ਸੂਪ ਹੀ ਪੈਂਦੀ ਹੈ। ਅੱਛਾ, total ਸਾਲ ਦੇ ਵਿੱਚ ਕਿੰਨੇ ਦਿਨਾਂ ਦੂਸਰੀ ਬਾਅਦ? ਵਾਰੀ ਸੂਪ ਪੈਂਦੀ ਹੈ। ਅੱਛਾ, ਹਾਂਜੀ ਤੇ ਬੱਕਰੀ? ਸਹੀ। ਬੱਕਰੀਆਂ ਵੀ ਮਾਸ਼ਾਅੱਲਾ ਠੀਕ ਹੈਗੀਆਂ ਨੇ, ਲੇਕਿਨ ਆਪੋ ਦੀ ਨਸਲ ਦੀ ਗੱਲ ਹੁੰਦੀ ਹੈ। ਬਿਹਤਰ ਚੰਗੀ ਨਸਲ ਦੀ ਬੱਕਰੀ ਹੋਵੇਗੀ ਤਾਂ ਉਹਨੂੰ ਸਹੀ ਖੁਰਾਕ ਦਿੱਤੀ ਜਾਵੇਗੀ, ਉਹ ਵੀ ਜਲਦੀ ਸੂ ਪੈਂਦੀ ਹੈ, ਬਿਹਤਰ ਹੈਗੀ ਹੈ। ਲੇਕਿਨ ਦੇਸੀ ਬੱਕਰੀ ਆ, ਉਹ ਵੀ ਮਾਂ ਦੀ ਤਰ੍ਹਾਂ ਸੰਭਾਲਣੀ ਬਹੁਤ ਔਖੀ ਹੈ। ਲੇਕਿਨ ਆਪਣੇ ਕੋਲ ਦੇਸੀ ਨਹੀਂ, ਖਾਸ ਦੋਗਲੀਆਂ ਆਉਂਦੀਆਂ ਨੇ ਬੱਕਰੀਆਂ। ਦੋਗਲੀਆਂ ਸੰਭਾਲਣੀ ਸੌਖੀਆਂ ਨੇ? ਹਾਂਜੀ ਉਹ ਪਾਲਣੀਆਂ ਸੌਖੀਆਂ ਨੇ। ਦੇਸੀ ਬੱਕਰੀ ਵੱਡੀ ਹੈ, ਉਹ ਸਿਆਣੇ ਆਂਦੇ ਨੇ ਮੱਝ ਇਤਨੀ ਟਹਿਲ ਲੈਂਦੀ ਹੈ। ਅੱਛਾ, ਮੱਝ ਨਹੀਂ ਟਹਿਲ ਲੈਂਦੀ? ਹਾਂਜੀ ਉਹ ਦੇਸੀ ਬੱਕਰੀ ਸੰਭਾਲਣੀ ਬਹੁਤ ਮੁਸ਼ਕਲ ਹੈ। ਅੱਛਾ ਜੀ। ਹਾਂਜੀ ਅੱਛਾ ਭਾਈ ਸਈਦ, ਜਿਹੜਾ ਬੰਦਾ ਨਵਾਂ ਮਾਲ ਦਾ ਕਾਰੋਬਾਰ ਕਰਨਾ ਚਾਹੁੰਦਾ ਹੈ, ਹਾਂਜੀ ਉਹਨੂੰ ਕਿਹੜੀ ਮਤਲਬ ਬੱਕਰੀਆਂ ਰੱਖਣੀਆਂ ਚਾਹੀਦੀਆਂ ਨੇ, ਗਾਵਾਂ ਰੱਖਣੀਆਂ ਚਾਹੀਦੀਆਂ ਨੇ, ਮੱਝਾਂ ਰੱਖਣੀਆਂ ਚਾਹੀਦੀਆਂ? ਉਹਨੂੰ ਮੈਂ ਤਾਂ ਇਹੀ ਮਸ਼ਵਰਾ ਦੇਵਾਂਗਾ ਵੀ ਉਹ ਗਾਵਾਂ ਤੇ ਬੱਕਰੀਆਂ ਦੇਸੀ ਰੱਖ ਲਓ। ਮੱਝਾਂ ਨੂੰ ਸੰਭਾਲਣਾ ਬਹੁਤ ਔਖਾ ਹੈਗਾ, ਬਹੁਤ ਮੱਝ ਨਾ ਮੁਸ਼ਕਲ। ਰੱਖਣ? ਹਾਂਜੀ ਮੱਝ ਨੂੰ ਨਹੀਂ, ਗਾਂ ਬਿਹਤਰ ਹੈ ਉਹਦੇ ਵਾਸਤੇ। ਅੱਛਾ, ਹਾਂਜੀ ਇਹ ਜਿਹੜੇ ਬੰਦੇ ਨਵਾਂ ਫਾਰਮ ਬਣਾਉਣਾ ਚਾਹੁੰਦੇ ਨੇ, ਉਹ ਗਾਵਾਂ ਰੱਖ ਲੈਣ ਜਾਂ ਫਿਰ ਦੇਸੀ ਬੱਕਰੀਆਂ ਰੱਖ ਲੈਣ, ਕਿਆ ਉਹਦੇ ਵਾਸਤੇ ਜ਼ਮੀਨ ਵੀ ਉਹਨਾਂ ਵਾਸਤੇ ਆਪਣੀ ਜ਼ਰੂਰੀ ਹੈ? ਹਾਂਜੀ ਬਿਲਕੁਲ, ਜ਼ਮੀਨ ਆਪਦੀ ਹੋਵੇ ਨਾ, ਫਿਰ ਉਸ ਵਾਸਤੇ ਜ਼ਮੀਨ ਤਾਂ ਜ਼ਰੂਰੀ ਹੈ। ਉਹਨਾਂ ਦੀ ਜਗ੍ਹਾ, ਉਹਨਾਂ ਨੂੰ ਸੁੱਕੀ ਜਗ੍ਹਾ ਦੇਣੀ, ਫਿਰ ਛਾਂ ਦਾ ਵੀ ਬੰਦੋਬਸਤ ਸਾਰਾ ਇੰਤਜ਼ਾਮ ਕਰਨਾ ਪਵੇਗਾ ਨਾ। ਜਗ੍ਹਾ ਆਦੀ ਹੋਵੇ, ਕਿਰਾਏ ਤੇ ਤਾਂ ਇੰਨੀ ਨਹੀਂ ਲੈ ਸਕਦਾ ਬੰਦਾ। ਨਹੀਂ, ਪੱਠੇ ਪੁੱਠੇ ਵੀ ਜ਼ਾਤੀ ਹੋਣੇ ਚਾਹੀਦੇ ਨੇ? ਹਾਂਜੀ ਪੱਠੇ ਜ਼ਿਆਦਾ ਬਿਹਤਰ ਹੈ, ਆਪਦੇ ਹੀ ਹੋਣੇ ਚਾਹੀਦੇ ਨੇ। ਮੁੱਲ ਹੈ ਤੇ ਤਾਂ ਪਾਲਣਾ ਬਹੁਤ ਔਖਾ ਹੈ। ਹਾਂ, ਇਹ ਵੀ ਗੱਲ ਸਹੀ ਹੈ। ਹਾਂਜੀ ਮੁੱਲ ਬੰਦਾ ਕਿੰਨਾ ਕੁ ਲੈ ਲੈਂਦਾ? ਹਾਂਜੀ ਚਾਰ ਮਾਣੀ ਹੁਣ 300-400 ਨੂੰ ਮਾਣ ਦਿੰਦੇ ਨੇ ਪੱਠੇ ਤੋਂ। ਕਿੰਨੇ ਕੁ ਜਾਨਵਰ ਕਮਾਦ ਹੋਰ ਮਹਿੰਗਾ ਹੁੰਦਾ ਹੈ? ਹਾਂਜੀ ਕਮਾਨ 4-5 ਲੱਖ ਦਾ ਕਿੱਲਾ ਵਿਕੀ ਜਾਂਦਾ ਹੈ। ਉਹ ਵੀ ਲੈਣਾ ਬਹੁਤ ਮੁਸ਼ਕਲ ਹੈ। ਆਪਦਾ 4-5 ਲੱਖ ਚਾਰਾ ਦਾ? ਹੋਵੇ ਤਾਂ ਬਿਹਤਰ ਹੈ। ਹਾਂਜੀ ਅੱਛਾ, ਬਿਲਕੁਲ। ਆਪਾਂ 4 ਲੱਖ ਦਾ ਕਿੱਲਾ ਵੇਚਿਆ, ਬਲਕਿ 8-7 ਕਿੱਲੇ ਸੀ, ਵੇਚ ਗਿਆ 4 ਲੱਖ ਦਾ। ਕੋਈ ਇਵੇਂ 10,000 5 ਘੱਟ, ਕੋਈ ਉੱਤੇ ਵੀ ਲੰਘ ਗਿਆ। ਕਿਹੜੇ ਕਿਸ ਹਿਸਾਬ ਨਾਲ ਚੰਗਾ ਮਾੜਾ ਕਮਾਨ। ਅੱਛਾ, ਕਿੰਨੇ ਕਿੱਲੇ ਕਮਾਦ ਸੀ ਆਪਣਾ ਜੀ? ਆਪਣਾ ਹੈਗਾ ਸੀ 10-12 ਕਿੱਲੇ। ਅੱਛਾ, ਤੇ ਉਹ ਸਾਰਾ ਫਿਰ ਮਾਲ ਵਾਲੇ ਲੈ ਗਏ ਜੀ? ਹਾਂਜੀ ਮਾਲ ਵਾਲਿਆਂ ਨੂੰ ਵੇਚਤਾ। ਕੋਈ ਆਪ ਖਵਾਈ ਜਾਣੇ, ਕਿੱਲਾ ਤੁਹਾਨੂੰ ਖਵਾ ਦਿਆ, ਲੇਕਿਨ ਕਿੱਲਾ ਹੋਰ ਵੀ ਖਾ ਜਾ ਸਨ। ਕੋਈ ਬੀ ਵਗੈਰਾ ਲਾਉਣਾ, ਬਾ 2-2.5 ਕਿੱਲੇ ਤਾਂ ਆਪਦੇ ਠਾਲੇ, ਬਾਕੀ ਮਾਲ ਵਾਲਿਆਂ ਨੂੰ ਵੇਚਤਾ। ਅੱਛਾ, ਇਹ ਭਾਈ ਆਪਣਾ ਉਹਦਾ ਕਮਾਦ ਦਾ ਗੁੜ ਕੱਢ ਕੇ ਵੇਚੀ ਫਾਇਦਾ ਹੁੰਦਾ, ਜਾਂ ਕਮਾਦ ਉਵੇਂ ਖੜਾ ਵੇਚ ਦਈਏ ਮਾਲ ਵਾਲਿਆਂ ਨੂੰ ਫਿਰ ਫਾਇਦਾ ਹੁੰਦਾ? ਹਾਂਜੀ ਇਹ ਤਾਂ ਬਸ ਫਿਰ ਉਹ ਮਿਹਨਤ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ। ਗੁੜ ਨੂੰ ਵੀ ਬਿਹਤਰ ਹੈ। ਹੁਣ 8-7 ਹਜ਼ਾਰ ਨੂੰ ਮਾਣ ਗੁੜ ਵੀ ਵਿਕੀ ਜਾਂਦਾ ਜੀ, ਐਵੇਂ? ਚੰਗਾ ਸੋਹਣਾ ਗੁੜ। ਲੇਕਿਨ ਫਿਰ ਉਹ ਆਪਣੇ ਤੋਂ ਇਹਨਾਂ ਖੇਚਲ ਨਹੀਂ ਹੁੰਦੀ, ਫਿਰ ਉਹ ਮਾਲ ਵਾਲਿਆਂ ਨੂੰ ਖੜਾ ਹੀ ਵੇਚਦੇ ਨੇ। ਇਹਨਾਂ ਬੰਦੇ ਤੇ ਬੜਾ ਲੰਮਾ ਚੌੜਾ ਹਿਸਾਬ ਕਿਤਾਬ ਹਾਂ, ਬੜਾ ਬਣਦਾ। ਲੰਬਾ ਚੌੜਾ, ਸਹੀ ਹਾਂਜੀ। ਗੱਲ ਹੈ। ਚਲੋ ਠੀਕ ਹੈ ਸਈਦ ਭਾਈ, ਸਾਨੂੰ ਇਜਾਜ਼ਤ ਦਿਓ। ਮਾਸ਼ਾਅੱਲਾ ਬੜੀ ਗੱਪਸ਼ਪ ਹੋਈ ਹੈ। ਹਾਂਜੀ ਹਾਂ, ਸ਼ੁਕਰੀਆ। ਬੜੀ ਜਾਣਕਾਰੀ ਲੱਭ ਗਈ ਜੀ ਤੁਹਾਡੇ ਕੋਲੋਂ। ਅੱਛਾ, ਇਹ ਸਨ ਸਾਡੇ ਦੋਸਤ ਭਾਈ ਸਈਦ ਸਾਹਿਬ। ਇਹਨਾਂ ਨੇ ਮਾਸ਼ਾਅੱਲਾ ਮੱਝਾਂ ਵੀ ਰੱਖੀਆਂ ਹੋਈਆਂ ਨੇ, ਬੱਕਰੀਆਂ ਵੀ ਰੱਖੀਆਂ ਹੋਈਆਂ ਨੇ ਤੇ ਗਾਵਾਂ ਵੀ ਰੱਖੀਆਂ ਹੋਈਆਂ ਨੇ। ਔਰ ਜਿਸ ਚੀਜ਼ 'ਚੋਂ ਜ਼ਿਆਦਾ ਪ੍ਰੋਫਿਟ ਹੈ ਉਹ ਵੀ ਤੁਹਾਨੂੰ ਭਾਈ ਸਈਦ ਨੇ ਦੱਸ ਦਿੱਤਾ ਹੈ। ਔਰ ਇਸ ਵੀਡੀਓ ਦੇ ਨਾਲ ਸਾਨੂੰ ਦਿਓ ਇਜਾਜ਼ਤ। ਮਿਲਦੇ ਹਾਂ ਨੈਕਸਟ ਵੀਡੀਓ ਦੇ ਅੰਦਰ ਇਨਸ਼ਾਅੱਲਾ। ਓਕੇ, ਅੱਲਾ ਹਾਫਿਜ਼।